पीबीसी न्यूज़ ਤੇ ਤੁਹਾਡਾ ਸਵਾਗਤ ਹੈ। ਮੈਂ ਗੁਰਲਾਲ ਸਿੰਘ। ਤਾਂ ਜਿਵੇਂ ਹੀ ਪੀਬੀਸੀ ਦੇ ਵਿੱਚ ਇੱਕ ਪੀਬੀਸੀ ਹੈਲਥ ਫਿਟਨੈਸ ਅਸੀਂ ਪ੍ਰੋਗਰਾਮ ਲੈ ਕੇ ਆਏ ਸੀਗੇ, ਜਿਸ ਦੇ ਵਿੱਚ ਸਾਡੇ ਨਾਲ ਡਾਕਟਰ ਮਨੀਸ਼ ਬਾਂਸਲ ਜੀ ਸਾਡੇ ਨਾਲ ਅਕਸਰ ਜੁੜਦੇ ਹੈ। ਤਾਂ ਸਿਹਤ ਦੀ ਗੱਲ ਹੁੰਦੀ ਹੈ, ਸਿਹਤ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਵਕਤ ਸਾਨੂੰ ਬਿਮਾਰੀਆਂ ਨੇ ਗ੍ਰਸਤਿਆ, ਦਵਾਈਆਂ ਸਾਡਾ ਖਹਿੜਾ ਨਹੀਂ ਛੱਡਦੀਆਂ, ਕੰਮ ਐਸੇ ਹੀ ਨਹੀਂ ਕਰਨਾ, ਬਹਿਣਾ ਐਸੀ ਵੀ ਟੋਰ ਨਾਲ, ਬਸ ਅਸੀਂ ਠੀਕ ਹੋ ਜਾਈਏ ਬਿਮਾਰੀਆਂ ਤੋਂ। ਡਾਕਟਰ ਸਾਹਿਬ, ਅੱਜ ਦੇ ਪੀਬੀਸੀ ਹੈਲਥ ਫਿਟਨੈਸ ਦੇ ਵਿੱਚ ਤੁਹਾਡਾ ਫਿਰ ਸਵਾਗਤ। थैंक यू गुरलाल जी, दर्शकों का भी स्वागत है। डॉक्टर साहब, हर कोई जो किते जाने हाए वाए हाए सारे मतलब आवाज़ां ही कढ़दे जो भी किते मिलिए, डॉक्टरां कोल भी आउंदे आ, दर्दां दी आपां गल करदे आ। आखिरकार किवें इन्हां तों राहत, पिछले वारी आपां सारी गल कीती, अज फिटनेस ते है कि डाइट प्लान किवें किवें बंदे नूं बनाउणा चाहीदा ते इन्हां बीमारियां तो असीं दूर हो सकीए। गुरलाल जी, किसी भी बीमारी तो होण तो पहले आपां रोक लईए तो उस दे वर्गी कोई रीस नहीं। बीमारी होने के बाद ਉਹਦਾ इलाज करना औखा है। जे आप उन्ना ही एफर्ट उन्ना ही कोशिश करांगे कि बीमारी तो बच सकीए तो बीमारी होएगी नहीं। हमेशा प्रिवेंशन यानी बीमारी तो बचना ज़्यादा इंपॉर्टेंट है। ਉਹਦੇ ਲਈ कुछ चीज़ां ने जो कि सानू सारिਆਂ ਨੂੰ पता ने, ठीक है ना। एक हैल्दी लाइफ स्टाइल मीनस टाइम ते सो, टाइम ते जागो, टेंशनां तो फ्री रहो, एक वैल बैलेंस डाइट होए, एक एक्सरसाइज का शेड्यूल होए, नशा पत्तियां तो दूर रहो। ਇਹ ਸਾਰੀ ਚੀਜ਼ਾਂ ਸਾਰਿਆਂ ਨੂੰ ਪਤਾ ਹੈ, ਜਿਹੜੇ ਕਿ ਇੱਕ ਹੈਲਦੀ ਲਾਈਫ ਸਟਾਈਲ ਨੂੰ ਕਨਸਟੀਟਿਊਟ ਕਰਦੇ ਨੇ। ਡਾਕਟਰ ਸਾਹਿਬ, ਆਪਾਂ ਹੁਣ ਡਾਈਟ ਦੀ ਸ਼ੁਰੂਆਤ ਜੇ ਕਰਨੀ ਹੈ, ਖਾਣ ਪੀਣ ਸਾਡਾ ਕਿਵੇਂ ਦਾ, ਸਵੇਰ ਦੀ ਸ਼ੁਰੂਆਤ ਕਿਵੇਂ ਹੋਵੇ, ਕੀ ਜਿਵੇਂ ਦਿਲ ਦੇ ਮਰੀਜ਼ਾਂ ਵਾਸਤੇ ਕਿਵੇਂ ਦੀ ਹੋਣੀ ਚਾਹੀਦੀ ਹੈ, ਹੱਡੀਆਂ ਦੇ ਵਾਸਤੇ ਕਿਹੋ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਤੰਦਰੁਸਤ ਰਹਿ ਸਕੀਏ। ਡਾਈਟ ਦੀ ਜੇ ਆਪਾਂ ਗੱਲ ਕਰੀਏ ਤਾਂ ਡਾਈਟ ਲਈ ਸਭ ਤੋਂ ਜ਼ਰੂਰੀ ਹੈ ਕਿ ਇੱਕ ਵੈਲ ਬੈਲੈਂਸ ਡਾਈਟ ਹੋਣੀ ਚਾਹੀਦੀ ਹੈ। ਵੈਲ ਬੈਲੈਂਸ ਮੀਨਸ ਸਾਡੇ ਖਾਣ ਪੀਣ ਦੇ ਵਿੱਚ ਕੁਛ ਚੀਜ਼ਾਂ ਆਪਾਂ ਗਿਣਦੇ ਹਾਂ, ਜਿੱਦਾਂ ਕਿ ਕਾਰਬੋਹਾਈਡਰੇਟਸ ਯਾਨੀ ਅਨਾਜ ਸਾਡੇ ਟੋਟਲ ਡਾਈਟ ਦਾ 20 ਤੋਂ 30% ਹੋਣਾ ਚਾਹੀਦਾ ਹੈ। ਕਣਕ ਹੋ ਗਈ, ਮੱਕੀ ਹੋ ਗਈ, ਚਾਵਲ ਹੋ ਗਏ, ਕਾਰਬੋਹਾਈਡਰੇਟਸ, ਠੀਕ ਹੈ ਜੀ। ਦੂਸਰਾ ਪਾਰਟ ਹੈ ਪ੍ਰੋਟੀਨਸ। ਪ੍ਰੋਟੀਨ ਜਿਹੜਾ ਸਾਡੇ ਸਰੀਰ ਨੂੰ ਬਣਾਉਂਦੇ ਨੇ, ਜੇ ਸਾਡੇ ਸਰੀਰ 'ਚ ਕੋਈ ਟੁੱਟ ਭੱਜ ਹੁੰਦੀ ਹੈ ਉਹਦੀ ਰਿਪੇਅਰ ਪ੍ਰੋਟੀਨ ਕਰਦੇ ਨੇ। ਪ੍ਰੋਟੀਨ ਸਾਡੇ ਡਾਈਟ ਦਾ ਲਗਭਗ 20% ਹਿੱਸਾ ਹੋਣਾ ਚਾਹੀਦੇ ਨੇ, 20 ਤੋਂ 30%। ਉਹਦੇ ਬਾਅਦ ਆ ਜਾਂਦੇ ਆ ਫੈਟ ਯਾਨੀ ਤੇਲ ਯਾਨੀ ਵਸਾ, ਜਿਹੜੀ ਕਿ ਚਰਬੀ ਹੋ ਗਈ, ਘਿਓ ਹੋ ਗਿਆ, ਤੇਲ ਹੋ ਗਏ, ਬਟਰ ਹੋ ਗਿਆ, ਮਲਾਈ ਹੋ ਗਈ, ਇਹ ਸਾਰਾ ਫੈਟ ਹੈ। ਇਹ ਸਾਡੇ ਡਾਈਟ ਦਾ ਸਿਰਫ 10% ਹਿੱਸਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਾਡੇ ਸਰੀਰ ਨੂੰ ਕੰਮ ਕਰਨ ਦੀ એનર્ਜੀ ਦਿੰਦਾ ਹੈ। ਅਤੇ ਇਹਦੇ ਬਾਅਦ ਆ ਗਿਆ ਪਾਣੀ ਸਾਡੀ ਡਾਈਟ ਦਾ ਆਲਮੋਸਟ 50 ਤੋਂ 60% ਹਿੱਸਾ ਹੋਣਾ ਚਾਹੀਦਾ ਹੈ, ਕਿਉਂਕਿ ਪਾਣੀ ਨੇ ਸਾਡੇ ਸਰੀਰ ਦੇ ਅੰਦਰ ਵੇਰੀਅਸ ਜਿਹੜੇ ਰਿਐਕਸ਼ਨਸ ਹੋ ਰਹੇ ਨੇ ਜਾਂ ਜਿਹੜੀ ਚੀਜ਼ਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਰਹੀਆਂ, ਉਹਨਾਂ 'ਚ ਪਾਣੀ ਦਾ ਬਹੁਤ ਜ਼ਿਆਦਾ ਰੋਲ ਹੈ। ਫਿਰ ਇਹਦੇ ਬਾਅਦ ਆ ਜਾਂਦੇ ਮਿਨਰਲਸ ਹੋ ਗਏ, ਜਿੱਦਾਂ ਸੋਡੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਮੈਗਨੀਸ਼ੀਅਮ ਹੋ ਗਿਆ, ਕੈਲਸ਼ੀਅਮ ਹੋ ਗਿਆ। ਇਹ ਬਹੁਤ ਘੱਟ ਮਾਤਰਾ ਸਾਡੀ ਬਾਡੀ ਨੂੰ ਚਾਹੀਦੇ ਹੁੰਦੇ ਆ, ਬਟ ਇਹ ਸਾਡੇ ਸਰੀਰ ਦੇ ਕਿਸੇ ਨਾ ਕਿਸੇ ਜ਼ਰੂਰੀ ਪ੍ਰੋਸੈਸ ਦਾ ਹਿੱਸਾ ਹੁੰਦੇ ਨੇ, ਜਿੱਦਾਂ ਕੈਲਸ਼ੀਅਮ ਹੱਡੀਆਂ ਲਈ। ਅਤੇ ਛਟਾ ਹਿੱਸਾ ਹੋ ਗਿਆ ਤੁਹਾਡੇ ਵਿਟਾਮਿਨ। ਕਈ ਤਰ੍ਹਾਂ ਦੇ ਵਿਟਾਮਿਨ ਸਾਡੇ ਸਰੀਰ ਨੂੰ ਚਾਹੀਦੇ ਹੁੰਦੇ ਆ, ਜਿੱਦਾਂ ਵਿਟਾਮਿਨ ਏ ਹੈ, ਬੀ ਹੈ, ਸੀ, ਡੀ, ਈ, ਕੇ। ਇਹ ਅਗੇਨ ਥੋੜ੍ਹੀ ਮਾਤਰਾ ਚਾਹੀਦੇ ਹੁੰਦੇ ਨੇ, ਬਟ ਸਾਡੇ ਸਰੀਰ ਨੂੰ ਸਵਸਥ ਰੱਖਣ 'ਚ ਇਹਨਾਂ ਦਾ ਬਹੁਤ ਜ਼ਿਆਦਾ ਰੋਲ ਹੈ। ਅਤੇ ਵੈਲ ਬੈਲੈਂਸ ਡਾਈਟ ਉਹ ਡਾਈਟ ਹੈ ਜਿਨ੍ਹਾਂ 'ਚ ਇਹਨਾਂ ਸਾਰੀ ਚੀਜ਼ਾਂ ਦੀ ਇੱਕ ਭਰਪੂਰ ਮਾਤਰਾ, ਇੱਕ ਵੈਲ ਬੈਲੈਂਸ ਡਾਈਟ ਹੋਵੇ। ਜਿੰਨੀ ਸਾਨੂੰ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ, ਤਾਂ ਕਿ ਕਿਸੇ ਵੀ ਚੀਜ਼ ਦੀ ਕਮੀ ਨਾ ਹੋ। ਡਾਕਟਰ ਸਾਹਿਬ, ਅਸੀਂ ਅਕਸਰ ਦੇਖਦੇ ਹਾਂ 18 ਤੋਂ 25 ਸਾਲ ਦੀ ਉਮਰ ਦੇ ਵਿੱਚ ਜਦੋਂ ਬੱਚਿਆਂ ਨੂੰ ਕੋਈ ਦਿੱਕਤ ਆਉਂਦੀ ਹੈ, ਡਾਕਟਰਾਂ ਕੋਲ ਲਿਜਾਂਦੇ ਆ, ਉਹਨਾਂ ਨੂੰ ਜਿਵੇਂ ਵਿਟਾਮਿਨ D3 ਦਾ ਸਿਰਪ ਦੇ ਦਿੱਤਾ ਹਫ਼ਤੇ ਦਾ, ਉਹਨਾਂ ਨੂੰ ਕੈਲਸ਼ੀਅਮ ਦੇ ਦਿੱਤਾ, ਵਿਟਾਮਿਨ E ਦੇ ਦਿੱਤਾ, ਕੈਪਸੂਲ ਦੇ ਦਿੱਤੇ, ਕੰਪਲੈਕਸ B12 ਵਰਗੇ ਜਿਹੜੇ ਹੈ ਨੌਜਵਾਨਾਂ ਨੂੰ ਦੇ ਦਿੱਤੇ ਹੈ। ਇਹ ਕੀ ਸਮਝਦੇ ਹੋ, ਸਾਡਾ ਡਾਈਟ ਪਲਾਨ ਇੰਨਾ ਵਿਗੜ ਚੁੱਕਿਆ ਹੈ ਕਿ ਜਾਂ ਸਾਡੀ ਬੋਡੀ ਦੇ ਵਿੱਚ ਇਹ ਪ੍ਰਕਿਰਿਆ ਬੰਦ ਹੋ ਗਈ ਹੈ ਕਿ ਅਸੀਂ ਕੁਦਰਤੀ ਕੈਲਸ਼ੀਅਮ ਵੀ ਨਹੀਂ ਅੰਦਰ ਸਾਡੇ ਬਣ ਰਿਹਾ, ਜਿਹੜਾ ਸਾਨੂੰ ਆਰਜੀ ਤੌਰ 'ਤੇ ਬਾਹਰੋਂ ਲੈਣਾ ਪੈ ਰਿਹਾ ਐਲੀਪੈਥੀ ਦਾ। ਹਾਂਜੀ ਗੁਰਲਾਲ ਜੀ, ਕੁਛ ਚੀਜ਼ਾਂ ਹੋ ਗਈਆਂ, ਕੁਛ ਪਿਛਲੇ ਸਾਲਾਂ ਸਾਡਾ ਡਾਈਟ ਚੇਂਜ ਹੋ ਗਿਆ। ਆਪਾਂ ਜ਼ਿਆਦਾ ਤੋਂ ਜ਼ਿਆਦਾ ਹੁਣ ਵੈਸਟਰਨ ਡਾਈਟ ਨੂੰ ਫੋਲੋ ਕਰਨਾ ਸ਼ੁਰੂ ਹੋ ਗਏ ਹਾਂ, ਆਪਣੀ ਡਾਈਟ ਨੂੰ ਘਟਾਤਾ ਹੈ, ਚੇਂਜ ਕਰਤਾ ਹੈ। ਖਾਣੇ ਵਿੱਚ ਬਹੁਤ ਸਾਰੇ ਹੁਣ ਪੈਸਟੀਸਾਈਡਸ ਅਤੇ ਕੈਮੀਕਲਸ ਆ ਗਏ ਨੇ, ਇਨਵਾਇਰਮੈਂਟ ਵਿੱਚ ਪੋਲੂਸ਼ਨ ਆ ਗਿਆ ਹੈ, ਸਾਡਾ ਲਾਈਫ ਸਟਾਈਲ ਚੇਂਜ ਹੋ ਗਿਆ, ਜਿੱਥੇ ਆਪਾਂ ਭੱਜ ਦੌੜ 'ਚ ਇੰਨਾ ਬਿਜ਼ੀ ਨੇ ਕਿ ਆਪਾਂ ਖਾਣੇ 'ਤੇ ਧਿਆਨ ਹੀ ਨਹੀਂ ਦੇ ਰਹੇ। ਹੋਰ ਚੀਜ਼ਾਂ ਨੇ ਜਿਨ੍ਹਾਂ ਕਰਕੇ ਐਕਸਰਸਾਈਜ਼ ਨਹੀਂ ਹੈ। ਇਹ ਸਾਰੀ ਚੀਜ਼ਾਂ ਕਰਕੇ ਸਾਡੀ ਡਾਈਟ ਵਿੱਚ ਡੈਫੀਸ਼ੀਐਂਸੀਜ਼ ਆਉਣੀ ਸ਼ੁਰੂ ਹੋ ਗਈਆਂ ਨੇ, ਪਹਿਲੀ ਗੱਲ। ਦੂਸਰੀ ਗੱਲ, ਸਾਡੀ ਸਾਇੰਸ ਤਰੱਕੀ ਕਰ ਗਈ ਹੈ, ਜਿਹ 'ਚ ਹੁਣ ਆਪਾਂ ਇਹਨਾਂ ਡੈਫੀਸ਼ੀਐਂਸੀਜ਼ ਨੂੰ ਨਾਪਣਾ ਸ਼ੁਰੂ ਹੋ ਗਏ ਹਾਂ। ਅੱਜ ਤੋਂ 15, 20, 30 ਸਾਲ ਪਹਿਲੇ ਸਾਡੇ ਕੋਲ ਇਹਨਾਂ ਨੂੰ ਨਾਪਣ ਦਾ ਕੋਈ ਤਰੀਕਾ ਨਹੀਂ ਸੀ। ਅੱਜ ਵਿਟਾਮਿਨ B ਨੂੰ ਤੁਹਾਡੀ ਬਾਡੀ ਵਿੱਚ ਨਾਪਣਾ ਜਾਂ ਕੈਲਸ਼ੀਅਮ ਨੂੰ ਨਾਪਣਾ ਬਹੁਤ ਆਸਾਨ ਹੋ ਗਿਆ ਹੈ।
ਇਸ ਕਰਕੇ ਵੀ ਸਾਨੂੰ ਹੁਣ ਪਤਾ ਲੱਗਦਾ ਕਿ ਕਿਹਦੇ ਵਿੱਚ ਇਹਨਾਂ ਚੀਜ਼ਾਂ ਦੀ ਘਾਟ ਹੋ ਗਈ ਹੈ। ਇਸ ਕਰਕੇ ਵੀ ਸਾਡੇ ਸਾਹਮਣੇ ਪ੍ਰੋਬਲਮਸ ਆ ਰਹੀਆਂ ਨੇ। ਇਸ ਲਈ ਨਹੀਂ ਕਿ ਪ੍ਰੋਬਲਮਸ ਵੱਧ ਗਈਆਂ ਨੇ, ਇਸ ਲਈ ਕਿ ਹੁਣ ਆਪਾਂ ਇਹਨਾਂ ਨੂੰ ਡਾਇਗਨੋਸ ਕਰ ਸਕਦੇ ਹਾਂ, ਜਿਹੜੀ ਕਿ ਪਹਿਲੇ ਡਾਇਗਨੋਸ ਹੀ ਨਹੀਂ ਹੁੰਦੀਆਂ ਸੀ। ਪਰ ਡਾਕਟਰ ਸਾਹਿਬ, ਇਹ ਕਿੰਨੇ ਕੁ ਜ਼ਰੂਰੀ ਨੇ ਸਾਡੇ ਵਰਗੇ ਜਿਵੇਂ ਨੌਜਵਾਨ ਮੁੰਡੇ ਆ, ਜੇ ਤੁਸੀਂ ਡਾਕਟਰ ਹੋ, ਤੁਹਾਡੇ ਕੋਲ ਅਸੀਂ ਆਉਣੇ ਆ, ਕਿੰਨੀ ਕੁ ਜ਼ਰੂਰਤ ਹੁੰਦੀ ਹੈ ਵੀ ਇਹਨਾਂ ਬੱਚਿਆਂ ਨੂੰ ਇੰਨੀ ਕੁ ਉਮਰ ਦੇ ਵਿੱਚ ਆਹ ਚੀਜ਼ਾਂ ਦੇਣੀਆਂ? ਮਤਲਬ ਜਾਂ ਉਹਨਾਂ ਦੀ ਬੋਡੀ ਦੇ ਵਿੱਚ ਇਹ ਕੋਈ ਸਰਕਲ ਹੁੰਦਾ, ਕਿੰਨੇ ਸਮੇਂ ਤੱਕ ਬਣਦਾ ਰਹਿੰਦਾ? ਗੁਰਲਾਲ ਜੀ, ਇਹ ਡਿਪੈਂਡ ਕਰਦਾ ਕਿ ਤੁਹਾਡੀ ਰਿਕੁਆਇਰਮੈਂਟ ਕੀ ਹੈ ਅਤੇ ਤੁਹਾਡੀ ਇਨਟੇਕ ਕੀ ਹੈ। ਫੋਰ ਐਗਜ਼ਾਮਪਲ, ਸਾਨੂੰ ਇੱਕ ਮਾਤਰਾ ਵਿੱਚ ਇਹ ਅਮਾਊਂਟਸ ਚਾਹੀਦੀਆਂ, ਜਿੱਦਾਂ ਕੈਲਸ਼ੀਅਮ ਚਾਹੀਦਾ ਹੈ ਜਾਂ ਵਿਟਾਮਿਨ ਡੀ ਚਾਹੀਦਾ ਹੈ। ਜੇ ਸਾਡਾ ਇਨਪੁਟ ਯਾਨੀ ਖਾਣਾ ਘੱਟ ਹੈ ਅਤੇ ਇਹਨਾਂ ਚੀਜ਼ਾਂ ਦੀ ਕਮੀ ਹੋ ਜਾਏਗੀ ਸਰੀਰ 'ਚ, ਜਾਂ ਲੋੜ ਵੱਧ ਗਈ। ਫੋਰ ਐਗਜ਼ਾਮਪਲ, ਜੇ ਤੁਸੀਂ ਬੋਡੀ ਬਿਲਡਿੰਗ ਕਰ ਰਹੇ ਹੋ ਅਤੇ ਤੁਹਾਡੀ ਕੈਲਸ਼ੀਅਮ ਦੀ ਰਿਕੁਆਇਰਮੈਂਟ, ਤੁਹਾਡੀ ਪ੍ਰੋਟੀਨ ਦੀ ਰਿਕੁਆਇਰਮੈਂਟ, ਕਿਉਂਕਿ ਤੁਹਾਡੇ ਮਸਲਸ ਬਣਨਗੇ, ਹੱਡੀਆਂ ਮਜ਼ਬੂਤ ਹੋਣਗੀਆਂ, ਉਹਨਾਂ ਸਾਰਿਆਂ ਦੀ ਰਿਕੁਆਇਰਮੈਂਟ ਵੱਧ ਗਈ ਹੈ। ਜਾਂ ਪ੍ਰੈਗਨੈਂਸੀ ਹੈ, ਠੀਕ ਹੈ, ਇੱਕ ਲੇਡੀ ਪ੍ਰੈਗਨੈਂਟ ਹੈ ਅਤੇ ਉਹਦੀ ਹਰ ਚੀਜ਼ ਦੀ ਰਿਕੁਆਇਰਮੈਂਟ ਵੱਧ ਗਈ, ਕਿਉਂਕਿ ਬਹੁਤ ਸਾਰੀ ਚੀਜ਼ਾਂ ਉਹਦੇ ਪੇਟ ਵਿੱਚ ਪਲ ਰਹੇ ਬੱਚੇ ਨੇ ਲੈ ਜਾਣੀਆਂ ਨੇ। ਅਤੇ ਜਾਂ ਤਾਂ ਤੁਹਾਡੀ ਡਾਇਟਰੀ ਇਨਟੇਕ ਘੱਟ ਗਈ ਇਹਨਾਂ ਚੀਜ਼ਾਂ ਦੀ, ਜਾਂ ਤੁਹਾਡੀ ਰਿਕੁਆਇਰਮੈਂਟ ਵੱਧ ਗਈ, ਜਾਂ ਕਿਸੇ ਬਿਮਾਰੀ 'ਚ ਤੁਹਾਡਾ ਸਰੀਰ ਇਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰ ਪਾਉਂਦਾ। ਕੁਝ ਬਿਮਾਰੀਆਂ ਐਸੀਆਂ ਹੁੰਦੀਆਂ ਕਿ ਇਹ ਚੀਜ਼ਾਂ ਖਾਣੇ ਤੋਂ ਤੁਹਾਡੇ ਸਰੀਰ ਵਿੱਚ ਨਹੀਂ ਜਾ ਪਾਉਂਦੀਆਂ ਅਤੇ ਸਰੀਰ ਯੂਜ਼ ਨਹੀਂ ਕਰ ਪਾਉਂਦਾ। ਇਹਨਾਂ ਕਾਰਨਾਂ ਵਿੱਚ ਤੁਹਾਡੇ ਸਰੀਰ ਵਿੱਚ ਇਹਨਾਂ ਚੀਜ਼ਾਂ ਦੀ ਕਮੀਆਂ ਹੋ ਜਾਂਦੀਆਂ ਅਤੇ ਉਹਨਾਂ ਦੇ ਫਿਰ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਨੇ। ਜਦ ਤੁਹਾਡੇ ਵਿੱਚ ਲੱਛਣ ਆ ਗਏ ਤਾਂ ਚੰਗੀ ਗੱਲ ਨਹੀਂ ਹੈ। ਫਿਰ ਸਾਨੂੰ ਇਹ ਚੀਜ਼ਾਂ ਉੱਪਰੋਂ ਦਵਾਈਆਂ 'ਚ ਦੇਣੀ ਪੈਂਦੀਆਂ ਤਾਂ ਕਿ ਇਹਨਾਂ ਦੀ ਕਮੀ ਨੂੰ ਆਪਾਂ ਪੂਰਾ ਕਰ ਸਕੀਏ। ਡਾਕਟਰ ਸਾਹਿਬ, ਮੈਂ ਜਦੋਂ ਪੰਜਾਬੀ ਦਾ ਵਿਸ਼ਾ ਸੀ ਨਾ ਜੀ ਸਾਨੂੰ ਛੋਟੀ ਕਲਾਸ ਦੇ ਵਿੱਚ, ਤਾਂ ਉਦੋਂ ਇੱਕ ਲੈਸਨ ਸੀਗਾ ਜਿਹਦੇ ਵਿੱਚ ਅਸੀਂ ਪੜ੍ਹਦੇ ਸੀਗੇ ਕਿ ਜਿਹੜੇ ਡਿਵੈਲਪਡ ਦੇਸ਼ ਨੇ ਉੱਥੇ ਡੱਬਾ ਬੰਦ ਜਿਹੜਾ ਖਾਣਾ ਲੋਕੀ ਪਸੰਦ ਕਰਦੇ ਪਰ ਅੱਕ ਗਏ ਨੇ। ਪਰ ਅੱਜ ਸਾਡੇ ਵਰਗੇ ਜਿਹੜੇ ਸ਼ਹਿਰ ਆ ਜਾਂ ਸਾਡੇ ਪੰਜਾਬ ਦੀ ਗੱਲ ਕਰ ਲਈਏ, ਇਹਨਾਂ ਦੇ ਵਿੱਚ ਵੀ ਡੱਬਾ ਬੰਦ ਫੂਡ ਦੀ ਅਸੀਂ ਗੱਲ ਕਰੀਏ, ਹੁਣ ਲੋਕ ਕਿਤੇ ਵੀ ਜਾਂਦੇ ਆ ਬਾਜ਼ਾਰੋਂ ਡੱਬਾ ਬੰਦ ਲਿਆਉਂਦੇ ਆ, ਘਰੇ ਬਣਾ ਲੈਂਦੇ ਆ, ਫਰੋਜ਼ਨ ਫੂਡ ਲਿਆਉਂਦੇ ਆ, ਘਰੇ ਬਣਾ ਲੈਂਦੇ, ਨਾ ਆਉਂਦੇ ਤੇ ਉਹ ਡੇਟ ਪੜ੍ਹਦੇ। ਅੱਜ ਆਪਾਂ ਥੋੜ੍ਹੇ ਸ਼ੁਰੂਆਤੀ ਗੱਲਾਂ ਕਰਾਂਗੇ ਕੀ ਚੀਜ਼ਾਂ ਨੋਟ ਕਰਨੀਆਂ ਚਾਹੀਦੀਆਂ, ਅਤੇ ਉਹ ਨਾ ਉਹ 'ਤੇ ਨਿਊਟ੍ਰੀਸ਼ਨਲ ਫੈਕਟ ਪੜ੍ਹਦੇ ਆ। ਕਿਵੇਂ ਮਾੜਾ ਜੇ ਇਸ 'ਤੇ ਵੀ ਗੱਲ ਜਿਹੜੀ ਚਰਚਾ ਦੱਸੀ ਜਾਵੇ, ਕਿਵੇਂ ਦੇਖਦੇ ਹੋ? ਗੁਰਲਾਲ ਜੀ, ਦੇਖੋ, ਕਿਸੇ ਵੀ ਕੰਜ਼ਿਊਮਰ ਲਈ ਪਹਿਲੇ ਅਵੇਅਰਨੈਸ ਬਹੁਤ ਜ਼ਰੂਰੀ ਹੈ। ਤੁਸੀਂ ਕੋਈ ਵੀ ਚੀਜ਼ ਬਾਜ਼ਾਰ ਤੋਂ ਖਰੀਦਦੇ ਹੋ, ਜੇ ਤੁਸੀਂ ਐਜ਼ ਅ ਕੰਜ਼ਿਊਮਰ ਅਵੇਅਰ ਨਹੀਂ ਹੋ ਤਾਂ ਤੁਸੀਂ ਬੇਵਕੂਫ ਬਣਨ ਦਾ ਚਾਂਸ ਬਹੁਤ ਜ਼ਿਆਦਾ ਹੈ। ਜਾਂ ਤਾਂ ਤੁਸੀਂ ਗਲਤ ਚੀਜ਼ ਲਿਆਓਗੇ ਜਾਂ ਘੱਟ ਮਾਤਰਾ 'ਚ ਜਾਂ ਜ਼ਿਆਦਾ ਮਾਤਰਾ 'ਚ ਲਿਆਓਗੇ। ਇਸ ਲਈ ਐਜ਼ ਅ ਕੰਜ਼ਿਊਮਰ ਤੁਹਾਡੀ ਅਵੇਅਰਨੈਸ ਬਹੁਤ ਜ਼ਰੂਰੀ ਹੈ। ਜੇ ਫੋਰ ਐਗਜ਼ਾਮਪਲ ਤੁਸੀਂ ਦੁੱਧ ਦਾ ਪੈਕੇਟ ਖਰੀਦ ਰਹੇ ਹੋ ਬਾਜ਼ਾਰੋਂ, ਵੇਰਕਾ ਦਾ ਜਾਂ ਮਦਰ ਡੇਅਰੀ ਦਾ ਜਾਂ ਅਮੂਲ ਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੜਾ ਦੁੱਧ ਖਰੀਦ ਰਹੇ ਹੋ, ਉਹਦੀ ਕੀ ਕਲਾਸੀਫਿਕੇਸ਼ਨ ਨੇ। ਜਿੱਦਾਂ ਕਈ ਤਰ੍ਹਾਂ ਦੇ ਦੁੱਧ ਹੁੰਦੇ ਆ ਜਿਨ੍ਹਾਂ 'ਚ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਕਈ ਤਰ੍ਹਾਂ ਦੇ ਦੁੱਧ ਹੁੰਦੇ ਆ ਜਿਨ੍ਹਾਂ 'ਚ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਟੋਨਡ ਮਿਲਕ ਹੈ, ਡਬਲ ਟੋਨ ਮਿਲਕ ਹੈ, ਫੁੱਲ ਕਰੀਮ ਮਿਲਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਨਹੀਂ ਪਤਾ ਤਾਂ ਫਿਰ ਤੁਸੀਂ ਗਲਤ ਚੀਜ਼ ਲਿਆਓਗੇ। ਜਿੱਦਾਂ ਇੱਕ ਹਾਰਟ ਦਾ ਪੇਸ਼ੈਂਟ ਹੈ, ਉਹਨੂੰ ਫੈਟ ਘਟਾਉਣਾ ਹੈ ਅਤੇ ਉਹ ਫਿਰ ਫੁੱਲ ਕਰੀਮ ਮਿਲਕ ਨਾ ਯੂਜ਼ ਕਰੇ, ਠੀਕ ਹੈ ਜੀ। ਬਟ ਇੱਕ ਵੱਡਾ ਬੱਚਾ ਹੈ ਜਿਹਦੀ ਬੋਡੀ ਦੀ ਰਿਕੁਆਇਰਮੈਂਟ ਹਜੇ ਜ਼ਿਆਦਾ ਫੈਟ ਦੀ ਹੈ, ਉਹਨੂੰ ਫਿਰ ਟੋਨ ਮਿਲਕ ਦੀ ਜਗ੍ਹਾ ਅਤੇ ਉਹ ਮੋਟਾ ਫੁੱਲ ਕਰੀਮ ਜ਼ਿਆਦਾ ਬੈਟਰ ਫਾਇਦਾ ਕਰੂਗਾ। ਇਸ ਲਈ ਪਹਿਲੇ ਤੁਹਾਡੀ ਆਪਣੀ ਅਵੇਅਰਨੈਸ ਬਹੁਤ ਜ਼ਰੂਰੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਅੱਜ ਕੱਲ੍ਹ ਇੰਟਰਨੈਟ 'ਤੇ ਬਹੁਤ ਇਨਫੋਰਮੇਸ਼ਨ ਇਹਦੀ ਮਿਲਦੀ ਹੈ, ਜਾਂ ਕੋਈ ਸਪੈਸ਼ਲਿਸਟ ਡਾਇਟੀਸ਼ੀਅਨ ਜਾਂ ਡਾਕਟਰ ਤੁਹਾਨੂੰ ਸਮਝਾ ਦੂਗਾ ਕਿ ਕਿੱਦਾਂ ਆਪਾਂ ਇਹਨਾਂ ਚੀਜ਼ਾਂ ਨੂੰ ਮਤਲਬ ਕੀ ਚੀਜ਼ਾਂ ਆਪਾਂ ਦੇਖਣੀਆਂ ਹੈ, ਕਿਉਂਕਿ ਹਰ ਆਈਟਮ ਦੀ ਆਪਣੀ ਰਿਕੁਆਇਰਮੈਂਟ ਹੈ। ਚੀਜ਼ ਫੋਰ ਐਗਜ਼ਾਮਪਲ ਚੀਜ਼ ਲੈਣੀ ਹੈ ਤਾਂ ਉਹਦੀ ਵੱਖਰੀ ਰਿਕੁਆਇਰਮੈਂਟ ਹੈ, ਦੁੱਧ ਲੈਣਾ ਉਹਦੀ ਵੱਖਰੀ ਰਿਕੁਆਇਰਮੈਂਟ ਹੈ। ਉਹਨਾਂ ਵਿੱਚ ਕੀ ਅੱਜ ਕੱਲ੍ਹ ਆਪਾਂ ਕੰਪਨੀਆਂ ਫੋਰਟੀਫਾਈ ਕਰਦੀਆਂ ਨੇ ਫੂਡ, ਯਾਨੀ ਜਿਹੜੀ ਚੀਜ਼ਾਂ ਸਾਨੂੰ ਚਾਹੀਦੀਆਂ ਉਹ ਪਾ ਦਿੰਦੀਆਂ। ਜਿੱਦਾਂ ਕਈ ਸਾਰੇ ਚੀਜ਼ ਨੇ ਜਾਂ ਮਿਲਕ ਨੇ, ਉਹਨਾਂ ਵਿੱਚ ਕੈਲਸ਼ੀਅਮ ਉੱਪਰੋਂ ਪਾ ਦਿੰਦੇ ਨੇ ਜਾਂ ਵਿਟਾਮਿਨ ਡੀ ਪਾ ਦਿੰਦੇ ਨੇ, ਠੀਕ ਹੈ। ਜਾਂ ਜਿੱਦਾਂ ਸਾਲਟ ਆਪਾਂ ਉਹ 'ਚ ਆਇਓਡੀਨ ਪਾ ਦਿੰਦੇ, ਆਇਓਡਾਈਜ਼ ਸਾਲਟ। ਅਤੇ ਇੱਦਾਂ ਦੇ ਕਈ ਸਾਰੇ ਤੱਤਵ ਨੇ ਜਿਹੜੇ ਆਪਾਂ ਗਵਰਨਮੈਂਟ ਅਪਰੂਵਡ ਨੇ, ਜਿਹੜੇ ਕਿ ਗਵਰਨਮੈਂਟ ਵੱਲੋਂ ਰਿਕਮੈਂਡਡ ਨੇ ਕਿ ਇਹ ਚੀਜ਼ਾਂ ਅਗਰ ਸਾਡੇ ਆਪਾਂ ਡੱਬੇਬੰਦ ਖਾਣੇ 'ਚ ਪਾਈ ਜਾਣ ਤਾਂ ਉਹਦੀ ਕਮੀ ਪੂਰੀ ਕਰਨ 'ਚ ਹੈਲਪ ਕਰਦੇ ਨੇ। ਬਟ ਐਜ਼ ਅ ਕੰਜ਼ਿਊਮਰ ਤੁਹਾਡੀ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਜਿਵੇਂ ਹੁਣ ਆਪਾਂ ਤਵਚਾ ਦੀ ਗੱਲ ਕਰੀਏ, ਇਨਸਾਨ ਦੀ ਜਿਹੜੀ ਚਮੜੀ ਹੈ, ਚਮੜੀ ਦੇ ਰੋਗ ਬੜੇ ਨੇ। ਇਸੇ ਤਰ੍ਹਾਂ ਕਹਿ ਲਈਏ ਝੁਰੜੀਆਂ ਪੈਣ ਲੱਗ ਪੈਂਦੀਆਂ ਘੱਟ ਉਮਰ ਦੇ ਵਿੱਚ। ਇਸੇ ਤਰ੍ਹਾਂ ਕੋਲੈਜਨ ਨਾਂ ਦਾ ਜਿਹੜਾ ਪ੍ਰੋਟੀਨ ਹੈ ਜਾਂ ਮੈਰੀਨ ਕੋਲੈਜਨ ਹੈ, ਕਈ ਤੋਂ ਬੜਾ ਸੋਚਦੇ ਰੰਗ ਵੀ ਗੋਰਾ ਹੁੰਦਾ ਨਾਲ ਦੀ ਨਾਲ, ਜਿਹੜਾ ਵੈਸੇ ਤਾਂ ਬੋਡੀ ਬਿਲਡਿੰਗ ਲਈ ਵਰਤਿਆ ਜਾਂਦਾ, ਪਰ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਚਾਹੁੰਦਾ ਮੇਰੀ ਚਮੜੀ ਸੋਹਣੀ ਹੋਵੇ, ਮੈਂ ਦੇਖਣ ਨੂੰ ਵਧੀਆ ਲੱਗਾ ਸ਼ੀਸ਼ੇ ਅੱਗੇ ਜਦੋਂ ਵੀ ਖੜ੍ਹਾ। ਤਾਂ ਕੀ ਲੱਗਦਾ ਕੋਲੈਜਨ ਵਰਗੇ ਜਿਹੜੇ ਪ੍ਰੋਟੀਨ ਹੈ ਲੈਣੇ ਚਾਹੀਦੇ ਆ ਤਾਂ ਜੋ ਉਹਨਾਂ ਦੀ ਤਵਚਾ, ਜਿਵੇਂ ਝੁਰੜੀਆਂ ਪੈਂਦੀਆਂ ਨੇ ਜਾਂ ਮਾਸ ਦੀ ਇਲਾਸਟੀਸਿਟੀ ਦੀ ਗੱਲ ਕਰੀਏ, ਕਿਵੇਂ ਦੇਖਦੇ ਹੋ ਬੋਨ ਦੀ ਜਿਹੜੀ ਤਾਕਤ? ਜਾਂ ਗੁਰਲਾਲ ਜੀ, ਐਜ਼ ਅ ਹੱਡੀਆਂ ਦਾ ਸਪੈਸ਼ਲਿਸਟ ਮੈਂ ਤਾਂ ਇਹ ਚੀਜ਼ਾਂ ਰਿਕਮੈਂਡ ਨਹੀਂ ਕਰਾਂਗਾ। ਬਾਕੀ ਮੈਂ ਇੰਟਰਨੈਟ ਦਾ ਤੁਸੀਂ ਕਹਿਣਾ ਜ਼ਮਾਨਾ ਸਰਚ ਕਰਦੇ ਆ, ਲੇਕਿਨ ਦੇਖੋ, ਕੋਈ ਜੇ ਤੁਸੀਂ ਮੈਨੂੰ ਸਾਇੰਟੀਫਿਕ
ਗੱਲ ਕਰੋਗੇ ਮੇਰੇ ਨਾਲ, ਤੇ ਹਜੇ ਤੱਕ ਮੇਰੇ ਹਿਸਾਬ ਨਾਲ ਕੋਈ ਇਦਾਂ ਦਾ ਸਾਇੰਟੀਫਿਕ ਡਾਟਾ ਸਾਡੇ ਕੋਲ ਨਹੀਂ ਹੈ ਜਿਹ 'ਚ ਆਪਾਂ ਪ੍ਰੂਵ ਕਰ ਮਤਲਬ ਇਹ ਜਿੰਨੇ ਵੀ ਆਨਲਾਈਨ ਵੀਡੀਓ ਬਣਦੀਆਂ ਨੇ ਵੀ ਤੁਹਾਡਾ ਰੰਗ ਗੋਰਾ ਕਰ ਦੇਂਗੇ, ਜਿਹੜੇ ਨੌਜਵਾਨ ਵਿਚਾਰੇ ਕਈ ਇਹਨਾਂ ਚੱਕਰਾਂ 'ਚ ਫਸੇ, ਉਹ ਗਲਤ ਹੈ। ਕਮਰਸ਼ੀਅਲ ਕੋਈ ਵੀ ਚੀਜ਼ ਦੀ ਮਾਰਕੀਟਿੰਗ ਹੈ, ਕਮਰਸ਼ਲਾਈਜੇਸ਼ਨ ਹੈ, ਉਹ ਫਿਰ ਤੁਸੀਂ ਆਪਣਾ ਦਿਮਾਗ ਵਰਤੋ ਕਿ ਚੀਜ਼ਾਂ ਕੰਮ ਕਰਦੀਆਂ ਕਿ ਨਹੀਂ ਕਰਦੀਆਂ, ਉਹ ਤੁਹਾਡੀ ਆਪਣੀ ਸੋਚ ਹੈ, ਉਹ ਤੁਸੀਂ ਆਪਣਾ ਦਿਮਾਗ ਲਗਾਓ। ਡਾਕਟਰ ਸਾਹਿਬ ਇੱਕ ਹੋਰ ਵਿਸ਼ੇ 'ਤੇ ਗੱਲ ਕਰ ਲਈ ਅੱਜ, ਇੱਕ ਥੋੜ੍ਹੀਆਂ ਐਕਸਰਸਾਈਜ਼ਾਂ ਦੱਸ ਦਿਓ ਜੀ ਸਾਨੂੰ, ਜਿਵੇਂ ਕਿ ਘਰਾਂ ਦੇ ਵਿੱਚ ਮਾਵਾਂ ਨੇ, ਬੱਚੇ ਨੇ, ਜਿਨ੍ਹਾਂ ਦੇ ਕਹਿ ਲਈਏ ਜ਼ਿਆਦਾਤਰ ਪੋਸਚਰ ਕਰੈਕਟਰ ਹੋਣ ਨਾ ਕਰਕੇ ਕਿੰਨਾ ਚਿਰ ਤੱਕ ਪੜ੍ਹਨਾ, ਕਿੰਨੀ ਦੇਰ ਤੱਕ ਸੋਸ਼ਲ ਮੀਡੀਆ ਦਾ ਐਡਿਕਸ਼ਨ, ਜਦੋਂ ਥੋੜ੍ਹੀ ਦੇਰ ਲਈ ਫ੍ਰੀ ਹੁੰਦੇ ਆ ਤਾਂ ਕਿੰਨੇ ਕੁ ਅੰਤਰਾਲ ਸਮੇਂ ਬਾਅਦ ਐਕਸਰਸਾਈਜ਼ ਕੋਈ ਦੱਸ ਸਕਦੇ ਹੋ ਤਾਂ ਤੁਸੀਂ ਸਾਨੂੰ? ਐਕਸਰਸਾਈਜ਼ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਜਨਰਲ ਫਿਟਨੈਸ ਲਈ, ਜਿੱਦਾਂ ਤੁਸੀਂ ਪੂਰੇ ਸਰੀਰ ਦੀ ਐਕਸਰਸਾਈਜ਼ ਹੋਗੀ, ਵਾਕ ਹੈ ਰੋਜ਼ ਅੱਧਾ ਘੰਟਾ, ਜੇ ਤੁਸੀਂ ਫਾਸਟ ਵਾਕ ਕਰੋਗੇ ਉਹ ਤੁਹਾਡੇ ਓਵਰਆਲ ਫਿਟਨੈਸ ਲਈ ਬਹੁਤ ਅੱਛੀ ਹੈ, ਜਾਂ ਸਾਈਕਲਿੰਗ ਹੋ ਗਈ, ਅੱਧਾ ਘੰਟਾ ਸਾਈਕਲ ਚਲਾਓਗੇ। ਇੱਦਾਂ ਦੀ ਕੁਛ ਐਕਸਰਸਾਈਜ਼ਸ ਨੇ ਜਿਹੜੀ ਜਨਰਲ ਫਿਟਨੈਸ ਲਈ ਹੈ, ਇਹ ਹਰ ਕੋਈ ਕਰ ਸਕਦਾ ਹੈ, ਕਿਸੇ ਵੀ ਉਮਰ 'ਚ ਹੋ ਸਕਦੀਆਂ ਨੇ, ਕਿਸੇ ਵੀ ਟਾਈਮ ਹੋ ਸਕਦੀਆਂ ਨੇ। ਫਿਰ ਕੁਛ ਐਕਸਰਸਾਈਜ਼ ਨੇ ਜਿਹੜੇ ਕਿ ਸਪੈਸੀਫਿਕ ਨੇ, ਜਿਹੜੀ ਕਿ ਗਰਦਨ ਦੀ ਐਕਸਰਸਾਈਜ਼ ਹੋ ਗਈ, ਜਿਵੇਂ ਜੋੜ ਦੀ ਐਕਸਰਸਾਈਜ਼ ਹੋ ਗਈ, ਗੋਡੇ ਦੀ ਐਕਸਰਸਾਈਜ਼ ਹੋ ਗਈ, ਜਾਂ ਹਾਰਟ ਲਈ ਹੋ ਗਈ, ਇਹ ਸਪੈਸੀਫਿਕ ਐਕਸਰਸਾਈਜ਼ ਨੇ। ਇਹ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਇਹਨਾਂ ਦੀ ਪ੍ਰੋਬਲਮ ਨੇ। ਫੋਰ ਐਗਜ਼ਾਮਪਲ ਜੇ ਤੁਹਾਡੀ ਉਮਰ 50-55 ਦੇ ਆਸ-ਪਾਸ ਹੈ ਤੇ ਤੁਹਾਨੂੰ ਆਪਣੇ ਹਾਰਟ ਲਈ ਕੁਛ ਐਕਸਰਸਾਈਜ਼ਾਂ ਕਰਨੀਆਂ ਪੈਣਗੀਆਂ, ਉਹ ਫਿਰ ਉਹ ਸਪੈਸੀਫਿਕ ਐਕਸਰਸਾਈਜ਼ ਹੋ ਜਾਂਦੀਆਂ ਨੇ। ਇੱਕ ਯੰਗ 20-25 ਸਾਲ ਦਾ ਮੁੰਡਾ ਹੈ, ਉਹ ਬੋਡੀ ਬਿਲਡਿੰਗ ਜ਼ਿਆਦਾ ਕਰਦਾ ਕਿਉਂਕਿ ਉਹਨੇ ਆਪਣਾ ਡੋਲੇ ਬਣਾਉਣੇ ਨੇ, ਮਸਲਸ ਬਣਾਉਣੇ ਨੇ, ਉਹ ਵੱਖਰੀ ਤਰ੍ਹਾਂ ਦੀ ਐਕਸਰਸਾਈਜ਼ ਹੋ ਗਈ। ਤੇ ਇਹ ਕੁਛ ਐਕਸਰਸਾਈਜ਼ ਏਜ ਸਪੈਸੀਫਿਕ ਨੇ, ਜਾਂ ਬਿਮਾਰੀ ਸਪੈਸੀਫਿਕ ਨੇ, ਜਾਂ ਕਿਹੜਾ ਤੁਸੀਂ ਆਪਣੇ ਬੋਡੀ ਦਾ ਸਿਸਟਮ ਸ਼੍ਰੇਣੀਆਂ ਦੇ ਵਿੱਚ ਵੰਡੀਆਂ ਹੋਈਆਂ। ਹਾਂਜੀ, ਸ਼੍ਰੇਣੀਆਂ 'ਚ ਵੰਡੀਆਂ। ਇੱਕ ਜਨਰਲ ਫਿਟਨੈਸ ਹੋ ਗਈ। ਜਨਰਲ ਫਿਟਨੈਸ ਲਈ ਤਾਂ ਫਿਰ ਜਿਹੜੀ ਐਕਸਰਸਾਈਜ਼ ਆਪਾਂ ਯੋਗਾ ਹੋ ਗਈ, ਵਾਕ ਹੋ ਗਈ, ਇੱਦਾਂ ਦੀ ਚੀਜ਼ਾਂ ਕਰ ਸਕਦੇ ਹਾਂ। ਇਹ ਚੀਜ਼ਾਂ ਕੋਈ ਵੀ ਕਦੇ ਡਾਕਟਰ ਸਾਹਿਬ ਇਹ ਸ਼ੁਰੂਆਤ ਇਹੀ ਕੀਤੀ ਜਾਵੇ ਤਾਂ ਅਸੀਂ ਸਿਹਤਮੰਦ ਰਹਿ ਸਕਦੇ ਹਾਂ ਨਾ, ਜੇ ਅਸੀਂ ਆ ਜਿਹੜੀ ਜਨਰਲ ਫਿਟਨੈਸ ਦੀ ਅਸੀਂ ਜੇ ਸਲਾਹ ਦੇ ਤੌਰ 'ਤੇ ਅੱਗੇ ਤੁਰ ਪਈਏ? ਦੋ ਤਰ੍ਹਾਂ ਦੇ ਐਕਸਰਸਾਈਜ਼ ਕਰਨ ਵਾਲੇ ਆ, ਇੱਕ ਜਿਹੜੇ ਹੈਗੇ ਕਿ ਢਿੱਲਾ ਹੀ ਕੰਮ ਹੈ, ਥੋੜ੍ਹਾ ਹੀ ਕਰਨਾ ਹੈ, ਉਹ ਜਨਰਲ ਫਿਟਨੈਸ ਲਈ ਕਰ ਲੈਣ, ਉਹਨਾਂ ਨੂੰ ਫਾਇਦਾ ਹੋਏਗਾ। ਬਟ ਜੇ ਤੁਸੀਂ ਮੋਟੀਵੇਟਿਡ ਹੋ, ਜੇ ਟਾਈਮ ਕੱਢ ਸਕਦੇ ਹੋ, ਜੇ ਐਫਰਟ ਮਾਰ ਸਕਦੇ ਹੋ, ਤੇ ਡੈਫੀਨੇਟਲੀ ਡੈਡੀਕੇਸ਼ਨ ਹੈ, ਤਾਂ ਫਿਰ ਤੁਹਾਨੂੰ ਅਗਲੇ ਸਟੈਪ 'ਤੇ ਜਾਣਾ ਚਾਹੀਦਾ, ਕਿਉਂਕਿ ਐਕਸਰਸਾਈਜ਼ਸ ਦਾ ਹਮੇਸ਼ਾ ਹੀ ਫਾਇਦਾ ਹੁੰਦਾ ਹੈ। ਡਾਕਟਰ ਸਾਹਿਬ ਤੁਸੀਂ ਅੱਜ ਫਿਰ ਇੰਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ, ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਆਪਾਂ ਇਸ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਜੋਕੇ ਸਮੇਂ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤਾਂ ਇਹ ਸਨ ਡਾਕਟਰ ਮਨੀਸ਼ ਬੰਸਲ, ਜਿਨ੍ਹਾਂ ਨੇ ਅੱਜ ਫਿਰ ਸਾਡੇ ਨਾਲ ਗੱਲਬਾਤ ਕੀਤੀ ਹੈ, ਐਕਸਰਸਾਈਜ਼ ਬਾਰੇ ਦੱਸਿਆ, ਕਿਸ ਤਰ੍ਹਾਂ ਸਾਡੀ ਜਿਹੜੀ ਫਿਟਨੈਸ, ਹੈਲਥ ਫਿਟਨੈਸ ਬਾਰੇ ਸਾਨੂੰ ਜਿਹੜਾ ਸਭ ਕੁਝ ਦੱਸਿਆ। ਤਾਂ ਤੁਸੀਂ ਇਸੇ ਤਰ੍ਹਾਂ PBC ਨਾਲ ਬਣੇ ਰਿਹਾ ਕਰੋ, ਜਾਣੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਲਾਪਰੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹਿਣਾ PBC ਨਿਊਜ਼।